ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹੀਨਾ ਮਹਿਰਾ ब्रॉडवे ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਅੱਜ मैं ਤੁਹਾਡੇ ਨਾਲ जो कंट्री डिस्कस ਕਰਨ ਜਾ ਰਹੀ ਹਾਂ ਉਹ ਇੱਕ ਬਹੁਤ ਹੀ ਬਿਊਟੀਫੁਲ ਕੰਟਰੀ ਹੈ, ਇੱਕ ਖੂਬਸੂਰਤ ਕੰਟਰੀ ਹੈ ਜਿਹਦੇ ਵਿੱਚ ਤੁਸੀਂ ਵਾਕਈ ਘੁੰਮਣ ਜਾਣਾ ਚਾਹੋਗੇ ਅਤੇ ਅਗਰ ਤੁਹਾਡਾ ਉੱਥੇ ਕੋਈ ਰਿਲੇਟਿਵ ਵੀ ਰਹਿੰਦਾ ਹੈ ਤੇ ਤਾਂ ਵੀ ਤੁਸੀਂ ਉੱਥੇ ਜਾ ਸਕਦੇ ਹੋ ਤੇ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ। ਸੋ ਆਸਟ੍ਰੇਲੀਆ ਦੀ ਅਗਰ ਮੈਂ ਗੱਲ ਕਰਾਂ, ਇੱਕ ਬਹੁਤ ਹੀ ਅੱਛੀ ਕੰਟਰੀ ਹੈ। ਅਗਰ ਉਹਨਾਂ ਦੇ ਮੈਂ ਲਾਅ ਦੇਖਾਂ ਜਾਂ ਫਿਰ ਉਹਦੇ ਵਿੱਚ ਕੋਈ ਪਲੇਸ ਦੇਖਾਂ ਜਿੱਥੇ ਤੁਸੀਂ ਘੁੰਮਣ ਜਾ ਰਹੇ ਹੋ, ਹਿਸਟੋਰੀਕਲ ਪਲੇਸ ਉੱਥੇ ਬਹੁਤ ਸਾਰੇ ਹਨ ਤੇ ਇੱਕ ਅੱਛੇ ਤਰੀਕੇ ਨਾਲ ਡੀਲ ਜਿਹੜੀ ਕੰਟਰੀ ਕਰਦੀ ਹੈ ਉਹ ਵੀ ਬੜੇ ਆਰਾਮ ਨਾਲ ਉਹ ਤੁਹਾਨੂੰ ਵੀਜ਼ਾ ਵੀ ਗ੍ਰਾਂਟ ਕਰਵਾਉਂਦੀ ਹੈ। ਸੋ ਇਹਦੇ ਲਈ ਜੋ ਡਾਕੂਮੈਂਟੇਸ਼ਨ ਲੱਗਣਗੇ ਅੱਜ ਅਸੀਂ ਉਹਦੇ ਬਾਰੇ ਜ਼ਿਕਰ ਕਰਾਂਗੇ ਕਿ ਕਿਹੜੇ ਡਾਕੂਮੈਂਟੇਸ਼ਨ ਤੁਸੀਂ ਇਹਦੇ ਵਿੱਚ ਲਗਾ ਸਕਦੇ ਹੋ। ਸੋ ਸਭ ਤੋਂ ਪਹਿਲੇ ਗੱਲ ਇਹ ਹੈ ਕਿ ਇਹਦੇ ਵਿੱਚ ਟੂ ਦੀ ਪੁਆਇੰਟ ਡਾਕੂਮੈਂਟਸ ਲੱਗਦੇ ਹਨ। ਜੋ ਤੁਹਾਨੂੰ ਡਾਕੂਮੈਂਟ ਉਹ ਮੰਗ ਰਿਹਾ ਸਿਰਫ ਤੁਸੀਂ ਉਹੀ ਡਾਕੂਮੈਂਟ ਲਗਾ ਸਕਦੇ ਹੋ, ਕਿਉਂਕਿ ਇਸ ਦਾ ਰੀਜ਼ਨ ਕੀ ਹੈ ਕਿ ਇਹਦੀ ਫਾਈਲਿੰਗ ਸਾਰੀ ਆਨਲਾਈਨ ਹੁੰਦੀ ਹੈ। ਸੋ ਆਨਲਾਈਨ ਫਾਈਲ ਦੇ ਵਿੱਚ ਜੋ ਡਾਕੂਮੈਂਟੇਸ਼ਨ ਤੁਸੀਂ ਅਪਲੋਡ ਕੀਤਾ, ਸਪੋਜ਼ ਅਗਰ ਉਹਨਾਂ ਨੇ ਕਿਹਾ ਪਾਸਪੋਰਟ, ਦੈਨ ਸਿਰਫ ਤੁਸੀਂ ਪਾਸਪੋਰਟ ਹੀ ਅਪਲੋਡ ਕਰ ਸਕਦੇ ਹੋ। ਅਗਰ ਉਹਨਾਂ ਨੇ ਤੁਹਾਡੇ ਕੋਲ SOP ਮੰਗੀ ਤਾਂ ਤੁਸੀਂ SOP ਹੀ ਅਪਲੋਡ ਕਰ ਸਕਦੇ ਹੋ। ਉਹ ਇਮੀ ਅਕਾਊਂਟ ਦੇ ਵਿੱਚ ਤੁਹਾਡਾ ਇੱਕ ਅਕਾਊਂਟ ਬਣਾਉਣਗੇ ਜਿਹਦੇ ਵਿੱਚ ਤੁਹਾਡਾ ਸਬ ਕਲਾਸ 600 ਦੇ ਵਿੱਚ ਤੁਹਾਨੂੰ ਉਹ ਵੀਜ਼ਾ ਗ੍ਰਾਂਟ ਦੀ ਐਪਲੀਕੇਸ਼ਨ ਉਹਦੇ ਵਿੱਚ ਉਹ ਤੁਹਾਡੀ ਪਾਈ ਜਾਏਗੀ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਕਿ ਇਨਕਮ ਦੇ ਬਿਹਾਫ ਤੇ ਕਿ ਤੁਹਾਡੇ ਕੋਲ ਸੇਵਿੰਗਸ ਕਿੰਨੀਆਂ ਪਈਆਂ ਹੋਣੀਆਂ ਚਾਹੀਦੀਆਂ ਹਨ ਆਸਟ੍ਰੇਲੀਆ ਦੇ ਲਈ। ਸੋ ਇੱਕ ਪਰਸਨ ਦੇ ਪਰ ਪਰਸਨ ਦੇ ਹਿਸਾਬ ਦੇ ਨਾਲ ਤੁਹਾਡੇ ਕੋਲ ਐਟਲੀਸਟ 5 ਲੱਖ ਤੱਕ ਦੀ ਅਮਾਉਂਟ ਹੋਣੀ ਚਾਹੀਦੀ ਹੈ। ਅਗਰ ਇਸ ਤੋਂ ਥੋੜੀ ਜਿਹੀ ਘੱਟ ਹੈ ਤਾਂ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਹਾਂ 4 ਲੱਖ ਤੋਂ ਘੱਟ ਤੱਕ ਅਮਾਉਂਟ ਤੁਹਾਡੇ ਕੋਲ ਨਹੀਂ ਹੋਣੀ ਚਾਹੀਦੀ। 5 ਲੱਖ ਤੋਂ ਅਗਰ ਜ਼ਿਆਦਾ ਅਮਾਉਂਟ ਹੈ ਤਾਂ ਤੁਹਾਡੇ ਲਈ ਜ਼ਿਆਦਾ ਵਧੀਆ ਹੈ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਕਿਉਂਕਿ ਤੁਸੀਂ ਆਪਣਾ ਅਕਾਊਂਟ ਸ਼ੋ ਕਰ ਰਹੇ ਹੋ ਤੇ ਤੁਹਾਨੂੰ ਆਪਣੇ ਇਨਕਮ ਪ੍ਰੂਫ ਵੀ ਦਿਖਾਣੇ ਪੈਣਗੇ। ਸੋ ਇਨਕਮ ਪ੍ਰੂਫ ਦੇ ਵਿੱਚ ਤੁਹਾਡੀ ਜਿਹੜੀ ITR ਹੈ ਐਟਲੀਸਟ 4 ਲੱਖ ਤੱਕ ਦੀ ਤੁਹਾਡੇ ਕੋਲ ITRs ਈਅਰਲੀ ਹੋਣੀ ਚਾਹੀਦੀ ਹੈ, ਜਿਹੜੀ ਤੁਸੀਂ ਆਪਣੀ ਬੈਂਕ ਸਟੇਟਮੈਂਟ ਦੇ ਨਾਲ ਲਗਾਓ ਤਾਂ ਕਿ ਉਹਨਾਂ ਨੂੰ ਸ਼ੋ ਹੋਏ ਕਿ ਵਾਕਈ ਤੁਸੀਂ ਇਹ ਸੇਵਿੰਗ ਜੈਨੂਇਨ ਤਰੀਕੇ ਨਾਲ ਕੀਤੀ ਹੈ। ਸੋ ਅਗਲਾ ਜਿਹੜਾ ਪੁਆਇੰਟ ਸਾਡੇ ਕੋਲ ਆਂਦਾ ਹੈ, ਅਗਰ ਤੁਸੀਂ ਐਗਰੀਕਲਚਰਿਸਟ ਹੋ ਤੇ ਤੁਹਾਡੇ ਜੇ ਫਾਰਮ ਤੁਸੀਂ ਲਗਾ ਸਕਦੇ ਹੋ। ਤੁਹਾਡਾ ਤਹਿਸੀਲਦਾਰ ਦਾ ਸਰਟੀਫਿਕੇਟ ਬਣੇਗਾ ਜਿਹਦੇ ਵਿੱਚ ਅਗਰ ਤੁਹਾਡਾ ਕੋਈ ਹੋਰ ਬਿਜ਼ਨਸ ਹੈ, ਲਾਈਕ ਕੋਈ ਡੇਅਰੀ ਫਾਰਮਿੰਗ ਹੈ, ਕੋਈ ਪੋਲਟਰੀ ਫਾਰਮ ਹੈ, ਤੁਸੀਂ ਉਹਦੇ ਡਾਕੂਮੈਂਟੇਸ਼ਨ ਇਨਕਮ ਐਡ ਕਰ ਸਕਦੇ ਹੋ ਤੇ ਐਨੂਅਲੀ ਟੋਟਲ ਇਨਕਮ ਆਪਣੀ ਕਲੀਅਰ ਕਰ ਸਕਦੇ ਹੋ। ਸੋ ਅਗਰ ਤੁਸੀਂ ਕੋਈ ਬਿਜ਼ਨਸ ਕਰਦੇ ਹੋ, ਆਪਣੀ ITRs ਦੀ ਜਿਹੜੀ ਕੰਪੀਟੀਸ਼ਨ ਹੁੰਦੀ ਉਹਦੇ ਵਿੱਚ ਸਾਰਾ ਐਕਸਪਲੇਨ ਕੀਤਾ ਜਾਏਗਾ ਕਿ ਤੁਸੀਂ ਕਿਹੜਾ ਬਿਜ਼ਨਸ ਕਰਦੇ ਹੋ, ਕਿਸ ਤਰੀਕੇ ਨਾਲ ਤੁਹਾਨੂੰ ਇਹ ਇਨਕਮ ਆਂਦੀ ਹੈ, ਕਿਹੜੀ ਜਗ੍ਹਾ ਤੋਂ ਆਂਦੀ, ਉਹ ਸਾਰਾ ਤੁਹਾਡੀ ITR ਦੇ ਵਿੱਚ ਐਕਸਪਲੇਨ ਕਰੇਗਾ। ਇਹਦੇ ਵਿੱਚ ਤੁਹਾਡਾ CA ਤੁਹਾਡੀ ਹੈਲਪ ਕਰੇਗਾ। ਇਸ ਤੋਂ ਇਲਾਵਾ ITR ਨੂੰ ਲੈ ਕੇ ਅਗਰ ਕੋਈ ਕੁਐਸਚਨ ਹੈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਨੈਕਸਟ ਜਿਹੜਾ ਰਹੇਗਾ ਕਿ ਆਸਟ੍ਰੇਲੀਆ ਦਾ ਵੀਜ਼ਾ ਮਿਲਦਾ ਕਿੰਨਾ ਹੈ। ਆਸਟ੍ਰੇਲੀਆ ਦਾ ਵੀਜ਼ਾ 3 ਮਹੀਨੇ ਤੋਂ ਲੈ ਕੇ 3 ਸਾਲ ਤੱਕ ਦਾ ਮਿਲਣਾ ਹੈ। ਸੋ ਇਹ 3 ਮਹੀਨੇ ਦਾ ਵੀ ਮਿਲ ਸਕਦਾ ਹੈ, 3 ਸਾਲ ਦਾ ਵੀ ਮਿਲ ਸਕਦਾ ਹੈ, 6 ਮਹੀਨਿਆਂ ਦਾ ਵੀ ਮਿਲ ਸਕਦਾ ਹੈ। ਇਹ ਅੰਬੈਸੀ ਆਪਣੀ ਮਰਜ਼ੀ ਦੇ ਅਕੋਰਡਿੰਗ ਤੁਹਾਨੂੰ ਵੀਜ਼ਾ ਗ੍ਰਾਂਟ ਕਰਾਉਂਦੀ ਹੈ। ਹੁਣ ਇਹ ਵੀਜ਼ਾ ਗ੍ਰਾਂਟ ਕਰਨ ਦੇ ਬਹੁਤ ਸਾਰੇ ਰੀਜ਼ਨ ਹੋ ਸਕਦੇ ਹਨ। ਸ਼ਾਇਦ ਉਹਨਾਂ ਨੂੰ ਤੁਹਾਡੀ ਪ੍ਰੋਫਾਈਲ ਅੱਛੀ ਲੱਗੇ, ਤੁਹਾਡੇ ਇਨਕਮ ਬੇਸ ਤੇ ਤੁਹਾਨੂੰ ਟੂਰਿਸਟ ਵੀਜ਼ਾ ਦਿੱਤਾ ਹੈ, ਜਾਂ ਤੁਹਾਡਾ ਕੋਈ ਉੱਥੇ ਰਹਿੰਦਾ ਹੈ ਤਾਂ ਤੁਹਾਨੂੰ ਵੀਜ਼ਾ ਗ੍ਰਾਂਟ ਕਰ ਰਹੇ ਹਨ। ਸੋ ਮਲਟੀਪਲ ਰੀਜ਼ਨ ਹੈ ਤੁਹਾਡੇ ਉੱਥੇ ਜਾਣ ਦੇ, ਵਾਪਸ ਆਉਣ ਦੀ ਕੀ ਗਰੰਟੀ ਹੈ ਉਹ ਦੇਖ ਕੇ, ਜਾਣ ਦੇ ਰੀਜ਼ਨ ਦੇਖ ਕੇ ਉਹ ਤੁਹਾਨੂੰ ਵੀਜ਼ਾ ਗ੍ਰਾਂਟ ਕਰੇਗੀ। ਅਤੇ ਇਸ ਟਾਈਮ ਤੇ ਵੀ ਜਦ ਕਿ ਕਰੋਨਾ ਦਾ ਦੌਰ ਚੱਲ ਰਿਹਾ, ਮੈਂ ਤੁਹਾਨੂੰ ਅੱਜ ਇਹ ਇਨਫੋਰਮੇਸ਼ਨ ਤਾਂ ਦੇ ਰਹੀ ਹਾਂ ਕਿ ਤੁਸੀਂ ਆਸਟ੍ਰੇਲੀਆ ਲਈ ਆਪਣੀ ਫਾਈਲ ਰੈਡੀ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਇਹਦੇ ਵਿੱਚ ਸਾਰਾ ਅਗਰ ਤੁਹਾਨੂੰ ਕੋਈ ਇਨਕਮ, ਕੋਈ ਬੈਂਕ ਸਟੇਟਮੈਂਟ ਚਾਹੀਦੀ ਹੋ ਤਾਂ ਸਾਨੂੰ ਪੁਰਾਣੀ ਚਾਹੀਦੀ ਹੈ। ਸੋ ਇਹ ਸਾਰੀ ਚੀਜ਼ਾਂ ਦੀ ਡਿਟੇਲ ਵਗੈਰਾ ਰਹੇਗੀ। ਇਸ ਤੋਂ ਇਲਾਵਾ ਆਸਟ੍ਰੇਲੀਆ ਦਾ ਅਗਰ ਮੈਂ ਪਿਛਲਾ ਰਿਕਾਰਡ ਦੇਖਾਂ ਤੇ ਆਸਟ੍ਰੇਲੀਆ ਨੇ ਬਹੁਤ ਸਾਰੇ ਟੂਰਿਸਟ ਵੀਜ਼ਾ ਗ੍ਰਾਂਟ ਕੀਤੇ, ਨਾ ਸਿਰਫ ਸਪਾਂਸਰ ਵਾਲਿਆਂ ਦੇ, ਅਗਰ ਕੋਈ ਹੋਟਲ ਬੁਕਿੰਗ ਤੇ ਗਿਆ, ਕੋਈ ਟੂਰ ਪੈਕੇਜ ਲੈ ਕੇ ਗਿਆ, ਉਹਨਾਂ ਨੂੰ ਵੀ ਵੀਜ਼ੇ ਗ੍ਰਾਂਟ ਕੀਤੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਐਕਸਪੈਕਟੇਸ਼ਨ ਹੈ ਕਿ ਆਸਟ੍ਰੇਲੀਆ ਦੁਬਾਰਾ ਵੀਜ਼ਾ ਆਪਣਾ ਕਰਵਾ ਸਕਦੀ ਹੈ। ਤੇ ਅਗਰ ਤੁਸੀਂ ਹੁਣ ਤੋਂ ਹੀ, ਤੁਹਾਡੇ ਕੋਲ ਸਾਰੇ ਡਾਕੂਮੈਂਟੇਸ਼ਨ ਪਏ ਹੋਏ ਹਨ, ਤੁਸੀਂ ਹੁਣ ਤੋਂ ਹੀ ਆਪਣੀ ਫਾਈਲ ਆਨਲਾਈਨ ਲਗਵਾ ਸਕਦੇ ਹੋ ਈਮੀ ਅਕਾਊਂਟ ਦੇ ਵਿੱਚ। ਸਾਰੇ ਡਾਕੂਮੈਂਟੇਸ਼ਨ ਅਸੀਂ ਤੁਹਾਨੂੰ ਚੈੱਕਲਿਸਟ ਪ੍ਰੋਵਾਈਡ ਕਰਾਂਗੇ, ਕਿਹੜੇ ਕਿਸ ਤਰੀਕੇ ਦੇ ਡਾਕੂਮੈਂਟ ਚਾਹੀਦੇ ਹਨ। ਅਗਰ ਤੁਸੀਂ ਸਾਨੂੰ ਡਾਕੂਮੈਂਟ ਦੋਗੇ ਅਸੀਂ ਤੁਹਾਡੀ ਆਨਲਾਈਨ ਫਾਈਲ ਲਗਾ ਦੇਵਾਂਗੇ ਈਮੀ ਅਕਾਊਂਟ ਦੇ ਵਿੱਚ। ਅਦਰਵਾਈਜ਼ ਅਗਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਵੇਟ ਕਰ ਰਹੇ ਹੋ ਆਸਟ੍ਰੇਲੀਆ ਦੇ ਖੁੱਲ੍ਹਣ ਦਾ, ਦੈਨ ਤੁਸੀਂ ਉਹਦੇ ਲਈ ਵੀ ਪਰਫੈਕਟ ਹੋ। ਤੁਸੀਂ ਆਪਣੀ ਫਾਈਲ ਰੈਡੀ ਕਰੋ। ਅਗਰ ਕਿਸੇ ਚੀਜ਼ 'ਚ ਕੋਈ ਕਮੀ ਹੋ, ਤੁਸੀਂ ਸਾਡੇ ਤੋਂ ਇਨਫੋਰਮੇਸ਼ਨ ਉਹਦੀ ਲੈ ਕੇ ਜਾਂ ਕਿਸੇ ਅੱਛੇ ਏਜੰਟ ਤੋਂ ਉਹਦੀ ਇਨਫੋਰਮੇਸ਼ਨ ਲੈ ਕੇ ਉਹਨੂੰ ਫਾਈਲ ਨੂੰ ਪ੍ਰੋਪਰ ਤਰੀਕੇ ਨਾਲ ਰੈਡੀ ਕਰੋ। ਸੋ ਅੱਜ ਦੇ ਲਈ ਆਸਟ੍ਰੇਲੀਆ ਦੇ ਲਈ ਮੇਰੇ ਕੋਲ ਇੰਨੀ ਹੀ ਇਨਫੋਰਮੇਸ਼ਨ ਸੀ।
ਸੋ ਅਗਲੀ ਵੀਡੀਓ ਦੇ ਦੌਰਾਨ ਮੈਂ ਤੁਹਾਨੂੰ ਦੱਸਾਂਗੀ ਕਿ ਆਸਟ੍ਰੇਲੀਆ ਦੇ ਵੀਜ਼ਾ ਨੂੰ ਲੈ ਕੇ ਨਵੇਂ ਅਪਡੇਟਸ ਕੀ ਹਨ, ਜਿਹਦੇ ਵਿੱਚ ਤੁਹਾਨੂੰ ਇਸ ਟਾਈਮ ਤੇ ਵੀਜ਼ਾ ਮਿਲ ਰਿਹਾ ਨਹੀਂ ਮਿਲ ਰਿਹਾ, ਜਾਂ ਕਦੋਂ ਮਿਲੇਗਾ, ਜਾਂ ਕਦੋਂ ਸਾਰਾ ਉਹਦਾ ਦੁਬਾਰਾ ਤੋਂ ਸ਼ੁਰੂ ਹੋਏਗਾ ਪ੍ਰੋਸੈਸ। ਸੋ ਇਹ ਸਾਰੀ ਇਨਫੋਰਮੇਸ਼ਨ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤਾਂ ਕਿ ਤੁਹਾਨੂੰ ਹੋਰ ਵੀ ਆਉਣ ਵਾਲੀਆਂ ਵੀਡੀਓਜ਼ ਸ਼ੋ ਹੋਣ ਤੇ ਇਨਫੋਰਮੇਸ਼ਨ ਪ੍ਰੋਪਰ ਤੁਹਾਡੇ ਤੱਕ ਪਹੁੰਚ ਸਕੇ। ਅੱਜ ਦੇ ਲਈ ਮੇਰੇ ਵੱਲੋਂ ਬਸ ਇੰਨਾ ਹੀ। ਥੈਂਕ ਯੂ ਸੋ ਮਚ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।